ਹੈਲੋ, ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਜਮਾਤ 10ਵੀਂ ਦੇ ਵਿਗਿਆਨ ਵਿਸ਼ੇ ਦਾ ਅਧਿਆਇ 4 ਕਾਰਬਨ ਅਤੇ ਉਸ ਦੇ ਯੌਗਿਕ ਵਿਚਲੇ ਅਧਿਆਇ ਅੰਦਰਲੇ ਪ੍ਰਸ਼ਨ ਡਿਟੇਲ ਦੇ ਵਿੱਚ ਕਰਾਂਗੇ। ਤਾਂ ਇਸ ਦਾ ਜੋ ਪਹਿਲਾ ਪ੍ਰਸ਼ਨ ਹੈ, ਕਾਰਬਨ ਡਾਈਆਕਸਾਈਡ ਦੀ ਇਲੈਕਟ੍ਰਾਨ ਬਿੰਦੂ ਰਚਨਾ ਕੀ ਹੋਵੇਗੀ, ਜਿਸ ਦਾ ਫਾਰਮੂਲਾ CO2 ਹੈ। ਪਿਆਰੇ ਵਿਦਿਆਰਥੀਓ, ਸਾਨੂੰ ਇਹ ਕੁਐਸਚਨ ਕਰਨ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੋ ਕਾਰਬਨ ਹੈ ਉਸ ਦੇ ਬਾਹਰੀ ਸ਼ੈੱਲ ਦੇ ਵਿੱਚ 4 ਇਲੈਕਟ੍ਰਾਨਸ ਹੁੰਦੇ ਹਨ। ਤਾਂ ਕਾਰਬਨ ਨੂੰ ਆਪਦਾ ਆਕਟੇਟ ਪੂਰਾ ਕਰਨ ਲਈ, ਮਤਲਬ ਨੋਬਲ ਗੈਸ ਕੌਨਫੀਗਰੇਸ਼ਨ ਅਕਵਾਇਰ ਕਰਨ ਦੇ ਲਈ, ਆਪਦੇ ਬਾਹਰੀ ਸ਼ੈੱਲ ਦੇ ਵਿੱਚ 8 ਇਲੈਕਟ੍ਰੋਨ ਪੂਰੇ ਕਰਨ ਦੇ ਲਈ 4 ਹੋਰ ਇਲੈਕਟ੍ਰੋਨ ਚਾਹੀਦੇ ਹਨ। ਉਸੇ ਤਰ੍ਹਾਂ ਜੋ ਆਕਸੀਜਨ ਹੈ, ਆਕਸੀਜਨ ਦੇ ਬਾਹਰੀ ਸ਼ੈੱਲ ਦੇ ਵਿੱਚ 6 ਇਲੈਕਟ੍ਰੋਨਸ ਹੁੰਦੇ ਹਨ ਅਤੇ ਇਸ ਨੂੰ ਆਪਦੇ ਬਾਹਰੀ ਸ਼ੈੱਲ ਦੇ ਵਿੱਚ 8 ਇਲੈਕਟ੍ਰੋਨ ਭਾਵ ਨੋਬਲ ਗੈਸ ਕੌਨਫੀਗਰੇਸ਼ਨ ਅਕਵਾਇਰ ਕਰਨ ਦੇ ਲਈ 2 ਇਲੈਕਟ੍ਰੋਨਸ ਹੋਰ ਚਾਹੀਦੇ ਹਨ। ਇਸ ਤਰ੍ਹਾਂ ਜੋ ਕਾਰਬਨ ਹੈ ਉਹ ਆਪਦੇ 1 ਇਲੈਕਟ੍ਰੋਨ ਦਾ ਪੇਅਰ ਆਕਸੀਜਨ ਦੇ 1 ਇਲੈਕਟ੍ਰੋਨ ਦੇ ਪੇਅਰ ਦੇ ਨਾਲ ਸਾਂਝਾ ਕਰ ਲੈਂਦੀ ਹੈ। ਉਸੇ ਤਰ੍ਹਾਂ ਜੋ ਦੂਸਰੀ ਆਕਸੀਜਨ ਹੈ ਉਹ ਵੀ ਕੀ ਕਰਦੀ ਹੈ, ਇੱਕ ਆਪਦਾ ਇਲੈਕਟ੍ਰੋਨ ਪੇਅਰ ਸਾਂਝਾ ਕਰ ਲੈਂਦੀ ਹੈ ਕਾਰਬਨ ਦੇ ਇਲੈਕਟ੍ਰੋਨ ਪੇਅਰ ਦੇ ਨਾਲ। ਇਸ ਤਰ੍ਹਾਂ ਦੋਨੇ ਆਕਸੀਜਨ ਕਾਰਬਨ ਦੇ ਨਾਲ ਦੋਹਰਾ ਬੰਧਨ ਬਣਾ ਲੈਂਦੀਆਂ ਹਨ ਅਤੇ ਇੱਕ ਲੀਨੀਅਰ ਜੋ ਸਟਰਕਚਰ ਹੈ ਉਹ ਬਣਾ ਲੈਂਦੀਆਂ ਹਨ। ਤਾਂ ਇਹ ਤੁਹਾਡੇ ਸਾਹਮਣੇ ਕਾਰਬਨ ਦਾ ਜੋ ਰੇਖੀ ਸਟਰਕਚਰ ਹੈ ਉਹ ਤੁਹਾਡੇ ਸਾਹਮਣੇ ਹੈ। ਨਾਓ ਨੈਕਸਟ ਕੁਐਸਚਨ, ਪ੍ਰਸ਼ਨ ਨੰਬਰ 2, ਸਲਫਰ ਦਾ ਅਣੂ ਜੋ ਕਿ 8 ਪਰਮਾਣੂਆਂ ਦਾ ਬਣਿਆ ਹੈ ਉਸ ਦੀ ਇਲੈਕਟ੍ਰੋਨ ਬਿੰਦੂ ਰਚਨਾ ਕੀ ਹੋਵੇਗੀ। ਤਾਂ ਤੁਹਾਨੂੰ ਇਹਦੇ ਵਿੱਚ ਇੱਕ ਸੰਕੇਤ ਦਿੱਤਾ ਹੈ। ਸਲਫਰ ਦੇ 8 ਪਰਮਾਣੂ ਇੱਕ ਛੱਲੇ ਦੇ ਰੂਪ ਵਿੱਚ ਆਪਸ ਵਿੱਚ ਜੁੜੇ ਹੁੰਦੇ ਹਨ। ਤਾਂ ਪਿਆਰੇ ਵਿਦਿਆਰਥੀਓ, ਸਾਨੂੰ ਪਤਾ ਹੈ ਜੋ ਸਲਫਰ ਹੈ ਇਹ ਆਕਸੀਜਨ ਫੈਮਿਲੀ ਦਾ ਦੂਸਰਾ ਮੈਂਬਰ ਹੈ ਅਤੇ ਜੋ ਸਲਫਰ ਹੈ ਇਸ ਦੇ ਬਾਹਰੀ ਸ਼ੈੱਲ ਦੇ ਵਿੱਚ ਫਿਰ ਕਿੰਨੇ ਇਲੈਕਟ੍ਰੋਨਸ ਹੋਣਗੇ, ਇਸ ਦੇ ਬਾਹਰੀ ਸ਼ੈੱਲ ਦੇ ਵਿੱਚ ਵੀ 6 ਇਲੈਕਟ੍ਰੋਨਸ ਪ੍ਰੈਜ਼ੈਂਟ ਹੋਣਗੇ। ਤਾਂ ਇਸ ਨੂੰ ਆਪਦਾ ਆਕਟੇਟ ਪੂਰਾ ਕਰਨ ਦੇ ਲਈ, ਨੋਬਲ ਗੈਸ ਕੌਨਫੀਗਰੇਸ਼ਨ ਅਕਵਾਇਰ ਕਰਨ ਦੇ ਲਈ 2 ਇਲੈਕਟ੍ਰੋਨਸ ਹੋਰ ਚਾਹੀਦੇ ਹਨ। ਤਾਂ ਇਸ ਤਰ੍ਹਾਂ ਇਹ ਜੋ ਸਲਫਰ ਹੈ ਉਹ ਕੀ ਕਰਦੀ ਹੈ, ਤਾਂ ਇੱਕ ਸਲਫਰ ਦੂਸਰੀ ਸਲਫਰ ਦੇ ਨਾਲ ਆਪਦਾ 1 ਇਲੈਕਟ੍ਰਾਨ ਸਾਂਝਾ ਕਰ ਲੈਂਦੀ ਹੈ। ਇੱਕ ਸਲਫਰ ਦੂਸਰੀ ਸਲਫਰ ਦੇ ਨਾਲ ਆਪਦਾ 1 ਇਲੈਕਟ੍ਰੋਨ ਸਾਂਝਾ ਕਰ ਲੈਂਦੀ ਹੈ ਅਤੇ ਇੱਕ ਹੈਰਾ ਬੰਧਨ ਬਣਾ ਲੈਂਦੀ ਹੈ। ਇਸੇ ਤਰ੍ਹਾਂ ਜੋ 8 ਸਲਫਰਸ ਹੈ ਉਹ ਇੱਕ ਦੂਜੇ ਦੇ ਨਾਲ ਇੱਕ ਹੈਰਾ ਬੰਧਨ ਬਣਾ ਲੈਂਦੀਆਂ ਹਨ ਅਤੇ ਇੱਕ ਰਿੰਗ ਦੇ ਰੂਪ ਦਾ ਇੱਕ ਸਟਰਕਚਰ ਬਣਾ ਲੈਂਦੀਆਂ ਹਨ ਅਤੇ ਇਸ ਸਟਰਕਚਰ ਨੂੰ ਪਿਆਰੇ ਵਿਦਿਆਰਥੀਓ ਪਕੜ ਸਟਰਕਚਰ ਵੀ ਕਿਹਾ ਜਾਂਦਾ ਹੈ। ਯਾਦ ਰੱਖਿਓ, ਇਸ ਸਟਰਕਚਰ ਨੂੰ ਪਕੜ ਸਟਰਕਚਰ ਵੀ ਕਿਹਾ ਜਾਂਦਾ ਹੈ। ਨਾਓ ਨੈਕਸਟ ਕੁਐਸਚਨ, ਪ੍ਰਸ਼ਨ ਨੰਬਰ 3, ਪੈਂਟਨ ਦੇ ਤੁਸੀਂ ਕਿੰਨੇ ਬਣਤਰੀ ਸਮਅੰਗਕ ਬਣਾ ਸਕਦੇ ਹੋ। ਉੱਤਰ 3। ਹੁਣ 3 ਸਮਅੰਗਕ ਕਿਹੜੇ ਕਿਹੜੇ ਬਣਾ ਸਕਦੇ ਹਾਂ ਅਸੀਂ, ਤਾਂ ਇੱਕ ਤਾਂ ਹੈ N ਪੈਂਟੇਨ। ਪੈਂਟੇਨ ਦੇ ਵਿੱਚ 5 ਕਾਰਬਨਸ ਹੁੰਦੀਆਂ ਹਨ। ਤਾਂ ਇਹਨਾਂ 5 ਕਾਰਬਨਸ ਨੂੰ ਅਸੀਂ ਕੀ ਕਰ ਸਕਦੇ ਹਾਂ, ਇੱਕ ਲੜੀ ਦੇ ਵਿੱਚ ਲਗਾ ਸਕਦੇ ਹਾਂ। ਕਾਰਬਨ ਨੰਬਰ 1 2 3 4 5। ਤਾਂ ਜੋ ਇੱਕ ਸਿੱਧੀ ਰੇਖਾ ਦੇ ਵਿੱਚ ਜਦੋਂ ਅਸੀਂ ਕੀ ਕਰਦੇ ਹਾਂ, ਸਾਰੀਆਂ ਕਾਰਬਨਸ ਨੂੰ ਲਗਾ ਲੈਂਦੇ ਹਾਂ, ਇੱਕ ਲੜੀ ਦੇ ਵਿੱਚ ਲਗਾਉਂਦੇ ਹਾਂ, ਤਾਂ ਉਸ ਨੂੰ ਅਸੀਂ N ਦਾ ਨੇਮ ਦਿੰਦੇ ਹਾਂ। ਤਾਂ ਪਹਿਲਾ ਜੋ ਹੈ ਸਮਅੰਗਕ ਉਹ ਅਸੀਂ N ਪੈਂਟੇਨ ਬਣਾ ਸਕਦੇ ਹਾਂ। ਜੋ ਦੂਸਰਾ ਸਮਅੰਗਕ ਹੈ ਆਈਸੋਪੈਂਟੇਨ। ਆਈਸੋਪੈਂਟੇਨ ਪਿਆਰੇ ਵਿਦਿਆਰਥੀਓ, ਆਈਸੋ ਦਾ ਮਤਲਬ ਹੁੰਦਾ ਹੈ ਵੀ ਅਸੀਂ ਲਾਸਟ ਬਟ ਦੂਜੀ, ਮਤਲਬ ਲਾਸਟ ਤੋਂ ਇੱਕ ਪਹਿਲੀ ਜਿਹੜੀ ਕਾਰਬਨ ਹੋਊਗੀ ਉਸ ਕਾਰਬਨ ਦੇ ਉੱਤੇ ਇੱਕ ਜੋ ਮਿਥਾਈਲ ਪਾਰਟ ਲੱਗਾ ਹੋਊਗਾ। ਲਾਸਟ ਸਪੋਜ਼ ਤੁਹਾਡੇ ਕੋਲ ਇਹ ਨੰਬਰ 1 ਕਾਰਬਨ ਹੈ, ਇਹ 2 ਹੈ, ਇਹ 3 ਹੈ, ਆਹ 4 ਹੈ। ਤਾਂ ਲਾਸਟ ਤੋਂ ਇੱਕ ਮਤਲਬ ਤੀਸਰੀ ਜਿਹੜੀ ਕਾਰਬਨ ਹੈ ਜੇ ਉਹਦੇ ਉੱਤੇ ਮਿਥਾਈਲ ਪਾਰਟ ਲੱਗਾ ਹੋਵੇ ਤਾਂ ਅਸੀਂ ਉਹਨੂੰ ਆਈਸੋ ਦਾ ਨਾਮ ਦੇਵਾਂਗੇ। ਤਾਂ ਸਾਰੀਆਂ ਕਾਰਬਨਸ ਨੂੰ ਕਾਊਂਟ ਕਰਾਂਗੇ, ਸਾਰੀਆਂ ਕਾਰਬਨਸ ਇਸ ਸਟਰਕਚਰ ਦੇ ਵਿੱਚ 5 ਹੈ ਤਾਂ ਇਸ ਕਰਕੇ ਇਸ ਨੂੰ ਅਸੀਂ ਪੈਂਟੇਨ ਦਾ ਨੇਮ ਦਿੱਤਾ। ਐਂਡ ਲਾਸਟ ਤੋਂ ਇੱਕ ਪਹਿਲੀ ਵਾਲੀ ਕਾਰਬਨ ਦੇ ਉੱਤੇ ਮਿਥਾਈਲ ਪਾਰਟ ਲੱਗਾ, ਇਸ ਲਈ ਅਸੀਂ ਇਹਨੂੰ ਆਈਸੋ ਦਾ ਨੇਮ ਦਿੱਤਾ। ਤਾਂ ਇਹ ਸਾਡੇ ਕੋਲੇ ਦੂਸਰਾ ਸਮਅੰਗਕ ਆਈਸੋਪੈਂਟੇਨ ਬਣ ਗਿਆ ਹੈ। ਇਸੇ ਤਰ੍ਹਾਂ ਅਸੀਂ ਇਸ ਦਾ ਤੀਸਰਾ ਜੋ ਸਮਅੰਗਕ ਹੈ ਨਿਊ ਪੈਂਟੇਨ।
ਨਿਊ ਪੈਂਟੇਨ ਦਾ ਮਤਲਬ ਹੁੰਦਾ ਹੈ ਜੋ ਲਾਸਟ ਤੋਂ ਇੱਕ ਪਹਿਲਾਂ ਵਾਲੀ ਕਾਰਬਨ ਦੇ ਉੱਤੇ 2 ਮਿਥਾਈਲ ਪਾਰਟ ਲੱਗੇ ਹੋਣ, ਲਾਸਟ ਤੋਂ ਇੱਕ ਪਹਿਲਾਂ ਵਾਲੀ ਕਾਰਬਨ ਦੇ ਉੱਤੇ 2 ਮਿਥਾਈਲ ਪਾਰਟ ਲੱਗੇ ਹੋਣ ਤਾਂ ਉਸ ਨੂੰ ਅਸੀਂ ਨਿਊ ਬੋਲਦੇ ਹਾਂ। ਤਾਂ ਇਹਦੇ ਵਿੱਚ ਵੀ ਟੋਟਲ ਕਾਰਬਨਸ ਕਿੰਨੀਆਂ ਹਨ? 1 2 3 4 ਐਂਡ 5 ਤੇ ਇਹਦਾ ਨੇਮ ਵੀ ਅਸੀਂ ਕੀ ਰੱਖਾਂਗੇ? ਪੈਂਟੇਨ। ਤਾਂ ਕਿਹੜੀ ਇਹਦਾ ਕੀ ਨਾਮ ਹੋ ਗਿਆ ਪਿਆਰੇ ਵਿਦਿਆਰਥੀਓ? ਨਿਊ ਪੈਂਟੇਨ। ਤਾਂ ਇਸ ਤਰ੍ਹਾਂ ਅਸੀਂ ਜਿਹੜੇ ਸਮਅੰਗਕ ਹੈ ਕਿਸੇ ਵੀ ਫਾਰਮੂਲੇ ਦੇ ਬਣਾ ਸਕਦੇ ਹਾਂ। ਤਾਂ ਨਾਓ ਗੋ ਟੂ ਨੈਕਸਟ ਕੁਐਸਚਨ। ਪ੍ਰਸ਼ਨ ਨੰਬਰ 4, ਕਾਰਬਨ ਦੇ ਉਹ 2 ਗੁਣ ਕਿਹੜੇ ਹਨ ਜਿਨ੍ਹਾਂ ਕਾਰਨ ਸਾਡੇ ਆਲੇ ਦੁਆਲੇ 4 ਚੁਫੇਰੇ ਕਾਰਬਨ ਯੌਗਿਕਾਂ ਦੀ ਵੱਡੀ ਸੰਖਿਆ ਵਿਖਾਈ ਦਿੰਦੀ ਹੈ। ਦੇਖੋ ਪਿਆਰੇ ਵਿਦਿਆਰਥੀਓ, ਜੋ ਕਾਰਬਨ ਹੈ ਉਹ ਬਹੁਤ ਸਾਰੇ ਕੰਪਾਊਂਡ ਬਣਾਉਂਦਾ ਹੈ, ਬਹੁਤ ਸਾਰੇ ਯੌਗਿਕ ਬਣਾਉਂਦਾ ਹੈ। ਸਾਡੇ ਰੋਜ਼ਾਨਾ ਵਰਤੋਂ ਦੇ ਵਿੱਚ ਆਉਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਕਾਰਬਨ ਤੋਂ ਬਣੀਆਂ ਹੁੰਦੀਆਂ ਹਨ। ਠੀਕ ਹੈ, ਤਾਂ ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਹੈ ਵੀ ਜੋ ਕਾਰਬਨ ਹੈ, ਹੁਣੇ ਅਸੀਂ ਗੱਲ ਕੀਤੀ ਹੈ ਵੀ ਕਾਰਬਨ ਦੀ ਚੌਂ ਸੰਯੋਜਕਤਾ ਹੁੰਦੀ ਹੈ, ਟੈਟਰਾਵੈਲੈਂਸੀ ਹੁੰਦੀ ਹੈ। ਇਹਦਾ ਮਤਲਬ ਕੀ ਹੈ ਵੀ ਜੋ ਇੱਕ ਕਾਰਬਨ ਪਰਮਾਣੂ ਆ ਉਹ ਦੂਜੇ 4 ਪਰਮਾਣੂਆਂ ਨਾਲ ਬੰਧਨ ਬਣਾ ਸਕਦਾ ਹੈ, ਕਿਉਂਕਿ ਉਹਦੇ ਬਾਹਰੀ ਸ਼ੈਲ ਦੇ ਵਿੱਚ 4 ਇਲੈਕਟ੍ਰੋਨਸ ਹੁੰਦੇ ਹਨ। ਤਾਂ ਉਹ ਫਿਰ 4 ਹੋਰ, ਜਿਵੇਂ ਇੱਕ ਕਾਰਬਨ 4 ਹੋਰ ਪਰਮਾਣੂਆਂ ਦੇ ਨਾਲ ਬੰਧਨ ਬਣਾ ਸਕਦਾ ਹੈ। ਇਹਨਾਂ 4 ਇਲੈਕਟ੍ਰੋਨਸ ਜਿਹੜੇ ਉਹਨਾਂ ਦੇ ਬਾਹਰੀ ਸ਼ੈਲ ਦੇ ਵਿੱਚ ਹੁੰਦੇ ਹਨ, ਇਸ ਨੂੰ ਕਹਿੰਦੇ ਹਨ ਟੈਟਰਾਵੈਲੈਂਸੀ। ਦੂਸਰਾ ਹੈ ਲੜੀ ਬੰਧਨ, ਜਿਸ ਨੂੰ ਅਸੀਂ ਕੈਟੀਨੇਸ਼ਨ ਦਾ ਨਾਮ ਵੀ ਦਿੰਦੇ ਹਾਂ ਇੰਗਲਿਸ਼ ਦੇ ਵਿੱਚ। ਤਾਂ ਇਹਦਾ ਮਤਲਬ ਕੀ ਹੁੰਦਾ ਹੈ ਵੀ ਜੋ ਇੱਕ ਕਾਰਬਨ ਦਾ ਪਰਮਾਣੂ ਆ ਉਹ ਕਾਰਬਨ ਦੇ ਹੋਰ ਪਰਮਾਣੂਆਂ ਦੇ ਨਾਲ ਬੰਧਨ ਬਣਾਉਣ ਦੇ ਯੋਗ ਹੁੰਦਾ ਹੈ। ਅਤੇ ਇਸ ਤਰ੍ਹਾਂ ਜਦੋਂ ਇੱਕ ਕਾਰਬਨ ਦਾ ਪਰਮਾਣੂ ਦੂਸਰੇ ਹੋਰ ਕਾਰਬਨ ਦੇ ਪਰਮਾਣੂਆਂ ਨਾਲ ਬੰਧਨ ਬਣਾ ਲੈਂਦਾ ਹੈ ਤਾਂ ਇਸ ਤਰ੍ਹਾਂ ਇੱਕ ਬਹੁਤ ਵੱਡੀਆਂ ਚੇਨਜ਼ ਬਣ ਜਾਂਦੀਆਂ ਹਨ, ਲੜੀਆਂ ਬਣ ਜਾਂਦੀਆਂ ਹਨ, ਛੱਲੇ ਬਣ ਜਾਂਦੇ ਹਨ, ਸ਼ਾਖਾਵਾਂ ਬਣ ਜਾਂਦੀਆਂ ਹਨ। ਤਾਂ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਯੌਗਿਕ ਹੈ ਉਹ ਕਾਰਬਨ ਆਪਣੇ ਨਾਲ ਜੁੜ ਕੇ ਹੀ ਬਣਾ ਸਕਦਾ ਹੈ, ਜਿਸ ਨੂੰ ਅਸੀਂ ਲੜੀ ਬੰਧਨ ਕਹਿੰਦੇ ਹਾਂ। ਤਾਂ ਇਹ ਕਾਰਬਨ ਦੀ ਜੋ ਹੈ ਯੂਨੀਕ ਪ੍ਰੋਪਰਟੀ ਹੈ, ਜਿਹਦੇ ਕਰਕੇ ਕਾਰਬਨ ਬਹੁਤ ਸਾਰੇ ਯੌਗਿਕਾਂ ਦੇ ਵਿੱਚ ਸਾਨੂੰ ਦਿਖਾਈ ਦਿੰਦਾ ਹੈ। ਨਾਓ ਨੈਕਸਟ ਕੁਐਸਚਨ, ਪ੍ਰਸ਼ਨ ਨੰਬਰ 5, ਸਾਈਕਲੋਪੈਂਟੇਨ ਦਾ ਸੂਤਰ ਅਤੇ ਇਲੈਕਟ੍ਰਾਨ ਬਿੰਦੂ ਰਚਨਾ ਕੀ ਹੈ? ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਅਣੂ ਸੂਤਰ ਇਹਦਾ ਹੋਊਗਾ ਪੈਂਟੇਨ ਦਾ C5H10, ਮਤਲਬ ਇਹਦੇ ਵਿੱਚ ਕਾਰਬਨ ਦੀ ਗਿਣਤੀ 5 ਹੋਵੇਗੀ ਅਤੇ ਹਾਈਡਰੋਜਨ ਦੀ ਗਿਣਤੀ 10 ਹੋਵੇਗੀ। ਤਾਂ ਹੁਣ ਇਹਦੇ ਸਟਰਕਚਰ ਦੀ ਗੱਲ ਕਰਦੇ ਹਾਂ, ਇਹਦੀ ਰਚਨਾ ਦੀ ਗੱਲ ਕਰਦੇ ਹਾਂ। ਤਾਂ ਇਹਦੇ ਨਾਮ ਤੋਂ ਹੀ ਸਾਨੂੰ ਜੋ ਕਨਫਰਮ ਹੋ ਰਿਹਾ ਵੀ ਸਾਈਕਲੋ ਮਤਲਬ ਇੱਕ ਚੱਕਰ, ਇੱਕ ਸਾਈਕਲ, ਜਿਹਦੇ ਵਿੱਚ ਕਾਰਬਨ ਤੋਂ ਬਾਅਦ ਦੂਜੀ ਕਾਰਬਨ ਰਿਪੀਟ ਹੋਈ ਜਾਊਗੀ। ਤਾਂ ਕਿੰਨੀਆਂ ਕਾਰਬਨਸ ਰਿਪੀਟ ਹੋਣਗੀਆਂ? 5 ਕਾਰਬਨਸ। ਅਤੇ ਪੈਂਟ ਦਾ ਮਤਲਬ ਹੋ ਗਿਆ 5 ਅਤੇ ਇਹਨ ਦਾ ਮਤਲਬ ਹੋ ਗਿਆ ਸਾਰਿਆਂ ਦੇ ਵਿੱਚ ਸਿੰਗਲ ਬੌਂਡਸ ਹੋਣਗੇ। ਤਾਂ ਇਹਦਾ ਮਤਲਬ ਜੋ ਇੱਕ ਕਾਰਬਨ ਹੈ ਉਹ ਦੂਸਰੀ ਕਾਰਬਨ ਦੇ ਨਾਲ ਕੀ ਕਰੇਗੀ? ਇੱਕ ਕਾਰਬਨ ਹੈ ਉਹ ਦੂਸਰੀ ਕਾਰਬਨ ਦੇ ਨਾਲ ਆਪਦਾ ਇੱਕ ਇਲੈਕਟ੍ਰੋਨ ਸਾਂਝਾ ਕਰ ਲਵੇਗੀ। ਉਸੇ ਤਰ੍ਹਾਂ ਉਹ ਆਪਦਾ ਦੂਸਰਾ ਇਲੈਕਟ੍ਰੋਨ ਦੂਸਰੀ ਕਾਰਬਨ ਦੇ ਨਾਲ ਸਾਂਝਾ ਕਰ ਲਵੇਗੀ। ਠੀਕ ਹੈ ਜੀ। ਇਸੇ ਤਰ੍ਹਾਂ ਹੁਣ ਕਾਰਬਨ ਦੇ ਵਿੱਚ 2 ਇਲੈਕਟ੍ਰੋਨ ਹੋਰ ਬਚ ਗਏ ਤਾਂ ਇੱਕ ਇਲੈਕਟ੍ਰੋਨ ਇੱਕ ਹਾਈਡਰੋਜਨ ਦੇ ਨਾਲ ਸਾਂਝਾ ਕਰ ਲਵੇਗੀ ਅਤੇ ਜੋ ਚੌਥਾ ਇਲੈਕਟ੍ਰੋਨ ਹੈ ਉਹ ਵੀ ਹਾਈਡਰੋਜਨ ਦੇ ਇੱਕ ਇਲੈਕਟ੍ਰੋਨ ਦੇ ਨਾਲ ਸਾਂਝਾ ਕਰ ਲਵੇਗੀ। ਇਸ ਤਰ੍ਹਾਂ ਕਾਰਬਨ ਦਾ ਵੀ ਆਕਟੇਟ ਪੂਰਾ, ਇਸ ਤਰ੍ਹਾਂ ਹਾਈਡਰੋਜਨ ਦਾ ਵੀ ਡੁਪਲੇਟ ਪੂਰਾ ਹੋ ਜਾਵੇਗਾ। ਤਾਂ ਇਸ ਤਰ੍ਹਾਂ ਜੋ ਕਾਰਬਨ ਹੈ ਉਹ ਸਾਈਕਲੋਪੈਂਟੇਨ ਦੇ ਵਿੱਚ ਕੀ ਕਰਦੀ ਹੈ? ਇੱਕ ਸਾਈਕਲਿਕ ਸਟਰਕਚਰ ਬਣਾ ਲੈਂਦੀ ਹੈ। ਨਾਓ ਗੋ ਟੂ ਨੈਕਸਟ ਕੁਐਸਚਨ। ਪ੍ਰਸ਼ਨ ਨੰਬਰ 6, ਹੇਠ ਲਿਖੇ ਯੌਗਿਕਾਂ ਦਾ ਨਾਮਕਰਨ ਕਿਵੇਂ ਕਰੋਗੇ? ਤਾਂ ਸਭ ਤੋਂ ਪਹਿਲਾਂ ਹੈ ਸਾਡੇ ਕੋਲੇ CH3CH2Br। ਦੇਖੋ ਪਿਆਰੇ ਵਿਦਿਆਰਥੀਓ, ਇਹਦੇ ਵਿੱਚ ਜੋ ਹੈ ਸਾਡੇ ਕੋਲੇ ਪਹਿਲਾ ਜਿਹੜੀ ਕਾਰਬਨ ਦੇ ਉੱਤੇ ਕੀ ਲੱਗਾ ਹੋਇਆ? ਸਾਡੇ ਕੋਲੇ ਬਰੋਮੀਨ ਲੱਗਾ ਹੋਇਆ ਹੈ। ਤਾਂ ਇਹਨੂੰ ਅਸੀਂ ਪਹਿਲੀ ਕਾਰਬਨ, ਇਹਨੂੰ ਦੂਸਰੀ ਕਾਰਬਨ। ਤਾਂ ਵੈਸੇ ਵੀ ਅਸੀਂ ਇਹਦਾ ਸਿੰਪਲ ਜੋ ਨੇਮ ਹੈ ਉਹ ਇਸ ਤਰ੍ਹਾਂ ਦੇ ਸਕਦੇ ਹਾਂ। ਤਾਂ ਇਹਦੇ ਵਿੱਚ ਦੇਖੋ ਕਾਰਬਨਸ ਕਿੰਨੀਆਂ? 2 ਕਾਰਬਨਸ ਨੂੰ ਅਸੀਂ ਕੀ ਬੋਲਾਂਗੇ? ਇਥੇਨ। ਅਤੇ ਨਾਲ ਕੀ ਲੱਗੀ ਆ? ਬ੍ਰੋਮੋ। ਤਾਂ ਦੈਟ ਮੀਨਸ ਅਸੀਂ ਇਹਨੂੰ ਕੀ ਨਾਮ ਦੇਵਾਂਗੇ? ਬ੍ਰੋਮੋ ਇਥੇਨ। ਠੀਕ ਹੈ ਜੀ। ਉਸੇ ਤਰ੍ਹਾਂ ਜੋ ਸਾਡੇ ਕੋਲੇ ਹੈ ਦੂਸਰਾ ਸਟਰਕਚਰ ਹੈ, ਇਹਦੇ ਵਿੱਚ ਦੇਖੋ ਧਿਆਨ ਦੇ ਨਾਲ ਕਿਹੜਾ ਜੋ ਸਾਡੇ ਕੋਲੇ ਪਾਰਟ ਲੱਗਾ ਹੋਇਆ ਹੈ
देखो ये जी CHO पार्ट लगा है जिन्होंने असी की कह दें एल्डिहाइडिक ग्रुप, एल्डिहाइड ग्रुप लगा है तो ये एक कार्बन लगी हुई है, तो एक कार्बन में असी मैथ कहने हैं, तो एक ही बन गया फिर मीथानल। उस तरह जो तीसरा स्ट्रक्चर है ये देखो एक तीरा बंधन है, तो असी जो नंबरिंग होंगी है वो उधरों स्टार्ट करनी होंगी है जिदे जिहड़ी साइड तो साडे कोले जो इकहरा जां दूरा जां तीरा बंधन छोटे नंबर ते आवे, तो इधरों असी स्टार्ट करांगे, इधरों नहीं करांगे, असी नंबरिंग स्टार्ट इधरों करांगे 1 2 3 4 5 ते 6, तो 6 का मतलब हैक्स हो गया। हैक्स तो बाद असी देखना है डबल बॉन्ड। डबल बॉन्ड साडे कोले पहली कार्बन तो बाद लगा है, मतलब पहली कार्बन ते लगा है, तो असी इसका नेम लिखांगे हैक्स 1। तो ट्रिपल बॉन्ड नूं असी की कहने हुंदे, ट्रिपल बॉन्ड नूं तीरे बंधन नूं असी कहने आ आयन। तो हैक्स 1 आयन जो साडे कोले इस स्ट्रक्चर का नाम बन गया है। तो इस तरह असी किसी भी स्ट्रक्चर का नेम जो है वो बना सकते हैं। नाउ नैक्सट क्वेश्चन, प्रश्न नंबर 7, इथेनॉल तो इथेनॉइक तेजाब विच परिवर्तन नूं आक्सीकरण प्रतिक्रिया क्यों कहते हैं। प्यारे विद्यार्थियों, आक्सीकरण क्रिया का मतलब तुहानूं बहुत ही क्लीयर होवेगा भी जदों असी ऑक्सीजन की एडिशन करवा दिंदे आ तां हाइड्रोजन की रिमूवल करा दिंदे आ, उसनूं असी ऑक्सीडेशन कहते हैं। पर इहदे विच आक्सीकरण किद्दां हो रहा है, देखो तुहाडे कोले इथेनॉल है, इथेनॉल दे विच तुसी की कर सकते हो, इथेनॉल दे विच तुसी खारी पोटाशियम परमैंगनेट ते उहनूं गर्म कर सकते हो। जे तुसी तुहाडे कोले मौजूद नहीं तो तुसी तेजाबी इहदे विच पोटाशियम जो है क्रोमेट, पोटाशियम क्रोमेट जिहड़ा है उहनूं पा के ताप दे सकते हो, तो तुहाडे कोले की बनेगा इथेनॉइक तेजाब बन जाएगा। ठीक है जी, इस क्रिया नूं असी आक्सीकरण क्रिया कहते हैं। तो इहदे विच एडिशन ऑफ ऑक्सीजन हो जाती है। नाउ गो टू नैक्सट क्वेश्चन, प्रश्न नंबर 8, ऑक्सीजन अते इथाइन के मिश्रण नूं वैल्डिंग करने लई जलाया जाता है। कि तुसीं दस सकते हो कि इथाइन अते हवा के मिश्रण का उपयोग क्यों नहीं किया जाता। प्यारे विद्यार्थियों, जो इथाइन है ये असंतृप्त हाइड्रोकार्बन है, मतलब इहदे विच दोहरा बंधन हुंदा है। तो जदों असी की करते हैं असंतृप्त हाइड्रोकार्बनस नूं की करते हैं हवा दे विच बालते हैं तो वो पीली धुएं वाली लाट दिंदे हैं। पर जदों असी इथाइन नूं ऑक्सीजन की मौजूदगी दे विच बालांगे तो उसका जो की होवेगा, जो इथाइन गैस है पूरी तरह बल जाएगी ऑक्सीजन की मौजूदगी दे विच। अगर वो पूरी तरह बल जाएगी तो वह की करेगी, धुआं जो है वो नहीं बनावेगी। इस तरह सानू जिहड़ा ताप है वो ज़्यादा प्राप्त होवेगा, तो जो है इथाइन गैस भी पूरी तरह बल जाएगी। नाउ गो टू नैक्सट क्वेश्चन, प्रश्न नंबर 9, प्रयोग द्वारा तुसी अल्कोहल अते कार्बोक्सिलिक तेजाब विच किवें अंतर कर सकते हो। प्यारे विद्यार्थियों, अल्कोहल अते जो कार्बोजिलिक एसिड है इहदे विच अंतर करन लई सब तो पहला असीं लिटमस टेस्ट कर सकते हैं। तुहाडे कोल लिटमस पेपर हुंदा है तो तुसीं की करदे हो, अल्कोहल दे विच चाहे तुसीं कोई भी लिटमस पा लो, चाहे वो लाल रंग का पा लो चाहे नीले का, उहदा रंग नहीं बदलेगा। उस तरह जदों तुसीं कार्बोजिलिक एसिड दे विच कार्बोजिलिक तेजाब दे विच लिटमस पाओगे, नीला लिटमस, तो वो नीले लिटमस का रंग लाल कर देवेगा। उस तरह जे तुसीं लाल लिटमस पाओगे तो लाल लिटमस का रंग नहीं बदलेगा। तो इत्थों साडे कोल की सिद्ध हुंदा है, जो कार्बोजिलिक तेजाब है ये एक एसिड है, मतलब ये एक तेजाब है जो नीले लिटमस नूं लाल कर दिंदा है। उस तरह सैकंड नंबर है, जे तुसी मिठे सोडे जिन्हों असी सोडियम बाइकार्बोनेट कहते हैं तो वो अल्कोहल दे विच पा दो तो अल्कोहल दे नाल कोई रिएक्शन नहीं होगी, तुहानूं कोई चेंज देखने को नहीं मिलेगी। उस तरह जे तुसी कार्बोजिलिक तेजाब दे विच मिठा सोडा पा दोगे तो तुहानूं उहदे विच शूं शूं की आवाज़, जिद्दां तुसी कोई भी कोक की बोतल या लिमके की बोतल खोलते हैं तो उहदे विच तुहानूं आवाज़ आउंदी है, शूं शूं की आवाज़। उस तरह इस जिहड़ा है तुहाडे कोले कार्बोजिलिक एसिड है इहदे विचों भी जो बबल्स की आवाज़ आवेगी, वो आवाज़ कादी हुंदी है, वो आवाज़ कार्बन डाइऑक्साइड गैस पैदा करके जदों तुसी की करदे हो कार्बोजिलिक तेजाब दे विच
ਸੋਡੀਅਮ ਬਾਈਕਾਰਬੋਨੇਟ ਪਾਉਂਦੇ ਹੋ ਤਾਂ ਉਹਦੇ ਵਿੱਚੋਂ ਕਾਰਬਨ ਡਾਈਆਕਸਾਈਡ ਗੈਸ ਨਿਕਲਦੀ ਹੈ, ਤਾਂ ਉਹਦੇ ਕਰਕੇ ਉਹਦੇ ਵਿੱਚੋਂ ਛੂੰ ਛੂੰ ਦੀ ਆਵਾਜ਼ ਆਉਂਦੀ ਹੈ, ਬਬਲਸ ਦੀ। ਤਾਂ ਤੀਸਰਾ ਜੋ ਇਹਦੇ ਵਿੱਚ ਮੇਨ ਪੁਆਇੰਟ ਹੈ, ਖਾਰੀ ਪੋਟਾਸ਼ੀਅਮ ਪਰਮੈਂਗਨੇਟ ਦੀਆਂ ਬੂੰਦਾਂ ਪਾ ਕੇ ਗਰਮ ਕਰਨ ਨਾਲ ਘੋਲ ਦਾ ਰੰਗ ਜੋ ਹੈ ਗੁਲਾਬੀ ਅਲੋਪ ਹੋ ਜਾਂਦਾ ਹੈ। ਤਾਂ ਇਹਦਾ ਮਤਲਬ ਜਦੋਂ ਤੁਸੀਂ ਅਲਕੋਹਲ ਦੇ ਵਿੱਚ ਪੋਟਾਸ਼ੀਅਮ ਪਰਮੈਂਗਨੇਟ ਪਾਉਂਦੇ ਹੋ, ਠੀਕ ਹੈ, ਤਾਂ ਉਹਦੇ ਨਾਲ ਜਦੋਂ ਪੋਟਾਸ਼ੀਅਮ ਪਰਮੈਂਗਨੇਟ ਪਾ ਕੇ ਅਲਕੋਹਲ ਨੂੰ ਗਰਮ ਕਰਦੇ ਹੋ ਤਾਂ ਉਹਦਾ ਜਿਹੜਾ ਗੁਲਾਬੀ ਰੰਗ ਹੁੰਦਾ ਉਹ ਖਤਮ ਹੋ ਜਾਂਦਾ, ਤਾਂ ਉਹ ਪਾਣੀ ਵਰਗਾ ਬਣ ਜਾਂਦਾ ਜਿਹੜਾ ਸਾਡਾ ਸੋਲਿਊਸ਼ਨ ਹੁੰਦਾ। ਪਰ ਜਦੋਂ ਕਾਰਬੋਜ਼ਿਲਿਕ ਐਸਿਡ ਦੇ ਵਿੱਚ ਤੁਸੀਂ ਕੀ ਕਰਦੇ ਹੋ, ਪੋਟਾਸ਼ੀਅਮ ਪਰਮੈਂਗਨੇਟ, ਖਾਰੀ ਪੋਟਾਸ਼ੀਅਮ ਪਰਮੈਂਗਨੇਟ ਪਾਉਂਦੇ ਹੋ ਅਤੇ ਉਹਨੂੰ ਗਰਮ ਕਰਦੇ ਹੋ ਤਾਂ ਘੋਲ ਦਾ ਜਿਹੜਾ ਰੰਗ ਹੈ ਉਹ ਨਹੀਂ ਬਦਲਦਾ। ਤਾਂ ਪ੍ਰਸ਼ਨ ਨੰਬਰ 10, ਆਕਸੀਕਾਰਕ ਕੀ ਹੁੰਦੇ ਹਨ? ਪਿਆਰੇ ਵਿਦਿਆਰਥੀਓ, ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਜੋ ਆਕਸੀਕਾਰਕ ਹੁੰਦੇ ਆ, ਜਦੋਂ ਅਸੀਂ ਆਕਸੀਕਾਰਕ ਨੂੰ ਕਿਸੇ ਯੌਗਿਕ ਦੇ ਵਿੱਚ ਪਾਉਂਦੇ ਹਾਂ ਤਾਂ ਉਹ ਉਹਦੇ ਵਿੱਚ ਆਕਸੀਜਨ ਨੂੰ ਐਡ ਕਰ ਦਿੰਦੇ ਆ, ਦੂਜੇ ਪਦਾਰਥ ਦੇ ਵਿੱਚ ਆਕਸੀਜਨ ਐਡ ਕਰ ਦਿੰਦੇ ਆ ਅਤੇ ਉਹਦੇ ਵਿੱਚੋਂ ਹਾਈਡਰੋਜਨ ਨੂੰ ਕੱਢ ਦਿੰਦੇ ਆ। ਤਾਂ ਸਾਡੇ ਕੋਲ ਬਹੁਤ ਸਾਰੇ ਜੋ ਹੁੰਦੇ ਆਕਸੀਕਾਰਕ ਹੁੰਦੇ ਆ। ਸਪੋਜ਼ ਤੁਹਾਡੇ ਕੋਲ ਖਾਰੀ ਪੋਟਾਸ਼ੀਅਮ ਪਰਮੈਂਗਨੇਟ ਹੁੰਦਾ, ਓਜ਼ੋਨ ਨੂੰ ਵੀ ਤੁਸੀਂ ਆਕਸੀਕਾਰਕ ਦੇ ਰੂਪ ਵਿੱਚ ਵਰਤ ਸਕਦੇ ਹੋ, ਅਤੇ ਜਿਹੜਾ ਤੇਜ਼ਾਬੀ ਪੋਟਾਸ਼ੀਅਮ ਡਾਈਕ੍ਰੋਮੇਟ ਹੁੰਦਾ ਇਹਨੂੰ ਵੀ ਤੁਸੀਂ ਕਾਹਦੇ ਲਈ ਵਰਤ ਸਕਦੇ ਹੋ, ਆਕਸੀਕਾਰਕ ਦੇ ਤੌਰ 'ਤੇ ਵਰਤ ਸਕਦੇ ਹੋ। ਪ੍ਰਸ਼ਨ ਨੰਬਰ 11, ਕੀ ਤੁਸੀਂ ਮੈਲ ਨਿਵਾਰਕ ਦੀ ਵਰਤੋਂ ਕਰਕੇ ਦੱਸ ਸਕਦੇ ਹੋ ਕਿ ਪਾਣੀ ਕਠੋਰ ਹੈ ਜਾਂ ਨਹੀਂ? ਤਾਂ ਪਿਆਰੇ ਵਿਦਿਆਰਥੀਓ, ਜੋ ਮੈਲ ਨਿਵਾਰਕ ਹੁੰਦੇ ਆ ਉਹ ਡਿਟਰਜੈਂਟ ਹੁੰਦੇ ਆ, ਅਤੇ ਜੋ ਡਿਟਰਜੈਂਟ ਹੁੰਦੇ ਆ ਇਹ ਜੋ ਕਠੋਰ ਅਤੇ ਹਲਕਾ ਪਾਣੀ ਦੋਨਾਂ ਦੇ ਨਾਲ ਝੱਗ ਬਣਾ ਲੈਂਦੇ ਆ। ਤਾਂ ਅਸੀਂ ਜੋ ਮੈਲ ਨਿਵਾਰਕ ਹੈ ਇਹਨੂੰ ਨਹੀਂ ਵਰਤ ਸਕਦੇ, ਪਰ ਅਸੀਂ ਸਾਬਣ ਦੀ ਵਰਤੋਂ ਕਰਕੇ ਕਠੋਰ ਅਤੇ ਹਲਕੇ ਪਾਣੀ ਦੀ ਪਹਿਚਾਣ ਕਰ ਸਕਦੇ ਹਾਂ। ਪ੍ਰਸ਼ਨ 12, ਲੋਕੀ ਕਈ ਢੰਗਾਂ ਨਾਲ ਕੱਪੜੇ ਧੋਂਦੇ ਹਨ। ਆਮ ਕਰਕੇ ਸਾਬਣ ਲਗਾਉਣ ਪਿੱਛੋਂ ਲੋਕੀ ਕੱਪੜੇ ਨੂੰ ਪੱਥਰ ਉੱਤੇ ਪਟਕਦੇ ਹਨ ਜਾਂ ਮੋਗਰੀ ਥਾਪੀ ਨਾਲ ਕੁੱਟਦੇ ਹਨ, ਬਰੱਸ਼ ਨਾਲ ਰਗੜਦੇ ਹਨ ਜਾਂ ਕੱਪੜੇ ਦੀ ਮਸ਼ੀਨ ਵਿੱਚ ਤੇਜ਼ੀ ਨਾਲ ਹਿਲਾਉਂਦੇ ਹਨ। ਕੱਪੜਿਆਂ ਨੂੰ ਧੋਣ ਲਈ ਉਹਨਾਂ ਨੂੰ ਤੇਜ਼ੀ ਨਾਲ ਹਿਲਾਉਣਾ ਕਿਉਂ ਜ਼ਰੂਰੀ ਹੈ? ਪਿਆਰੇ ਵਿਦਿਆਰਥੀਓ, ਸਾਬਣ ਦੇ ਜਿਹੜਾ ਅਣੂ ਹੁੰਦਾ ਹੈ ਉਹਦੇ ਦੋ ਸਿਰੇ ਹੁੰਦੇ ਹਨ। ਇੱਕ ਆਇਨੀ ਸਿਰਾ ਹੁੰਦਾ ਹੈ ਅਤੇ ਦੂਸਰਾ ਆਇਨੀ ਸਿਰਾ ਜੋ ਹੁੰਦਾ ਹੈ ਉਹ ਪਾਣੀ ਵਿੱਚ ਜੋ ਕੀ ਹੁੰਦਾ ਜਲ ਸੰਦੇਹੀ ਹੁੰਦਾ, ਪਾਣੀ ਵਿੱਚ ਘੁਲ ਜਾਂਦਾ। ਅਤੇ ਦੂਸਰਾ ਜਿਹੜਾ ਹਾਈਡਰੋਕਾਰਬਨ ਚੇਨ ਹੁੰਦੀ ਹੈ, ਜਿਹੜੀ ਕਾਰਬਨ ਦੀ ਲੰਬੀ ਲੜੀ ਹੁੰਦੀ ਹੈ, ਉਹ ਪਾਣੀ ਵਿਰੋਧੀ ਹੁੰਦੀ ਹੈ, ਮਤਲਬ ਜਲ ਵਿਰੋਧੀ ਹੁੰਦੀ ਹੈ ਅਤੇ ਉਹ ਪਾਣੀ ਵਿੱਚ ਨਹੀਂ ਘੁਲਦੀ। ਤਾਂ ਫਿਰ ਉਹ ਕਾਹਦੇ ਵਿੱਚ ਘੁਲਦੀ ਹੈ? ਉਹ ਜਿਹੜਾ ਸਾਡੇ ਕੱਪੜੇ ਉੱਤੇ ਗੰਦਗੀ ਲੱਗੀ ਹੁੰਦੀ ਹੈ, ਆਇਲ ਲੱਗਾ ਹੁੰਦਾ, ਉਹਦੇ ਵਿੱਚ ਘੁਲ ਜਾਂਦੀ ਹੈ। ਤਾਂ ਇਹਦੇ ਨਾਲ ਕੀ ਹੁੰਦਾ, ਕਈ ਅਣੂ ਆਪਣੇ ਆਪ ਨੂੰ ਇਸ ਤਰ੍ਹਾਂ ਸਥਾਪਿਤ ਕਰ ਲੈਂਦੇ ਹਨ ਕਿ ਮੈਲ ਵਾਲੇ ਪਾਸੇ ਤਾਂ ਜਿਹੜੇ ਇਹ ਅਣੂ ਹੁੰਦੇ ਆ, ਸਾਬਣ ਦੇ ਅਣੂ ਹੁੰਦੇ ਆ, ਉਹ ਕੀ ਕਰਦੇ ਆ, ਉਹਦਾ ਜਿਹੜਾ ਜਲ ਸਨੇਹੀ ਹਿੱਸਾ ਹੁੰਦਾ ਉਹ ਤਾਂ ਪਾਣੀ ਦੇ ਵਿੱਚ ਘੁਲ ਜਾਂਦਾ, ਅਤੇ ਜਿਹੜਾ ਜਲ ਵਿਰੋਧੀ ਸਿਰਾ ਹੁੰਦਾ ਉਹ ਮੈਲ ਦੇ ਵਿੱਚ ਅੰਦਰ ਵੱਲ ਚਲਾ ਜਾਂਦਾ ਅਤੇ ਮੈਲ ਦੇ ਵਿੱਚ ਘੁਲ ਜਾਂਦਾ। ਇਸ ਤਰ੍ਹਾਂ ਇਹ ਇੱਕ ਗੁੱਛਾ ਜਿਹਾ ਬਣਾ ਲੈਂਦੇ ਆ ਮੈਲ ਦੇ ਚਾਰੇ ਪਾਸੇ, ਅਤੇ ਇਸ ਗੁੱਛੇ ਨੂੰ ਅਸੀਂ ਮੀਜ਼ਲ ਕਹਿੰਦੇ ਹਾਂ। ਅਤੇ ਮੀਜ਼ਲ ਜਿਹੜੇ ਹੁੰਦੇ ਆ ਇਹਨਾਂ ਨੂੰ ਕੀ ਕਰਦਾ, ਮੀਜ਼ਲ ਮੈਲ ਦੇ ਚਾਰੇ ਪਾਸੇ ਕੀ ਕਰਦੇ ਆ, ਚਾਰੇ ਪਾਸੇ ਇੱਕ ਗੁੱਛਾ ਬਣਾ ਲੈਂਦੇ ਆ, ਅਤੇ ਉਹਨਾਂ ਨੂੰ ਜਦੋਂ ਅਸੀਂ ਜ਼ੋਰ ਨਾਲ ਪਟਕਦੇ ਹਾਂ ਤਾਂ ਉਹ ਜਿਹੜੀ ਮੈਲ ਹੁੰਦੀ ਆ ਉਹ ਕੱਪੜੇ ਤੋਂ ਕੱਢ ਕੇ ਬਾਹਰ ਲੈ ਜਾਂਦੇ ਆ। ਤਾਂ ਇਸ ਲਈ ਸਾਨੂੰ ਉਹਨੂੰ ਬਲ ਲਗਾਉਣਾ ਪੈਂਦਾ ਇਸ ਮੈਲ ਨੂੰ ਬਾਹਰ ਕੱਢਣ ਦੇ ਲਈ। ਤਾਂ ਇਹ ਤੁਹਾਡੇ ਸਾਹਮਣੇ ਜਿਹੜਾ ਮੀਜ਼ਲ ਦੀ ਇੱਕ ਪਿਕਚਰ ਹੈ, ਤਾਂ ਜਿਹਦੇ ਵਿੱਚ ਇਹ ਸਾਡੇ ਕੋਲ ਕੀ ਹੈ, ਸੋਡੀਅਮ ਜਿਹੜਾ ਆਇਨ ਹੈ ਇਹ ਜਲ ਸਨੇਹੀ ਹੈ, ਅਤੇ ਜਿਹੜੀ ਇਹ ਪੂਛ ਹੈ ਇਹਦੀ, ਤਾਂ ਇਹ ਸਾਡੇ ਕੋਲ ਜਲ ਵਿਰੋਧੀ ਹੈ, ਮਤਲਬ ਇਹ ਆਇਲ ਜਾਂ ਕਿਸੇ ਵੀ ਜਿਹੜੀ ਗੰਦਗੀ ਹੈ ਉਹਦੇ ਵਿੱਚ ਘੁਲ ਜਾਂਦੀ ਹੈ। ਪ੍ਰਸ਼ਨ ਨੈਕਸਟ, CH3Cl ਵਿੱਚ ਬੰਧਨਾਂ ਦੀ ਉਤਪੱਤੀ ਦੇ ਆਧਾਰ 'ਤੇ ਸਹਿ ਸੰਯੋਜਕ ਬੰਧਨਾਂ ਦੀ ਪ੍ਰਕਿਰਤੀ ਦੀ ਵਿਆਖਿਆ ਕਰੋ। ਪਿਆਰੇ ਵਿਦਿਆਰਥੀਓ, ਜੋ ਕਲੋਰੀਨ ਹੈ ਇਹ ਇੱਕ ਹੈਲੋਜਨ ਹੈ, ਅਤੇ ਹੈਲੋਜਨ ਦੇ ਬਾਹਰੀ ਸ਼ੈੱਲ ਦੇ ਵਿੱਚ 7 ਇਲੈਕਟ੍ਰੋਨ ਹੁੰਦੇ ਹਨ। ਹਾਈਡਰੋਜਨ ਦੇ ਬਾਹਰੀ ਸ਼ੈੱਲ ਦੇ ਵਿੱਚ 1 ਇਲੈਕਟ੍ਰੋਨ ਹੁੰਦਾ ਹੈ, ਅਤੇ ਕਾਰਬਨ ਦੇ ਬਾਹਰੀ ਸ਼ੈੱਲ ਦੇ ਵਿੱਚ 4 ਇਲੈਕਟ੍ਰੋਨ ਹੁੰਦੇ ਹਨ। ਤਾਂ ਕਲੋਰੀਨ ਨੂੰ ਆਪਦਾ ਨੋਬਲ ਗੈਸ ਕੌਨਫੀਗਰੇਸ਼ਨ ਪੂਰੀ ਕਰਨ ਵਾਸਤੇ 1 ਇਲੈਕਟ੍ਰੋਨ ਚਾਹੀਦਾ ਹੈ, ਹਾਈਡਰੋਜਨ ਨੂੰ ਆਪਦਾ ਡੁਪਲੇਟ ਕੰਪਲੀਟ ਕਰਨ ਵਾਸਤੇ 2 ਇਲੈਕਟ੍ਰੋਨ ਚਾਹੀਦੇ ਹਨ ਬਾਹਰੀ ਸ਼ੈੱਲ ਦੇ ਵਿੱਚ, ਅਤੇ ਕਾਰਬਨ ਨੂੰ 8 ਇਲੈਕਟ੍ਰੋਨ ਚਾਹੀਦੇ ਹਨ। ਤਾਂ ਇਸ ਤਰ੍ਹਾਂ ਕੀ ਹੁੰਦਾ ਹੈ, ਕਾਰਬਨ ਜੋ ਹੈ 3 ਹਾਈਡਰੋਜਨਸ ਦੇ ਨਾਲ ਆਪਦਾ 1 ਇਲੈਕਟ੍ਰੋਨ ਸਾਂਝਾ ਕਰ ਲੈਂਦੀ ਹੈ। ਉਸੇ ਤਰ੍ਹਾਂ 1 ਇਲੈਕਟ੍ਰੋਨ ਕਲੋਰੀਨ ਦੇ ਇਲੈਕਟ੍ਰੋਨ ਦੇ ਨਾਲ ਸਾਂਝਾ ਕਰ ਲੈਂਦੀ ਹੈ।
ਤਾਂ ਇਸ ਤਰ੍ਹਾਂ ਇਹ ਕੀ ਕਰਦੀ ਹੈ, ਇਕਹਿਰਾ ਬੰਧਨ ਕਲੋਰੀਨ ਨਾਲ ਵੀ ਅਤੇ ਤਿੰਨਾਂ ਹਾਈਡਰੋਜਨਸ ਦੇ ਨਾਲ ਵੀ 3 ਇਕਹਿਰੇ ਬੰਧਨ ਬਣਾ ਲੈਂਦੀ ਹੈ। ਤਾਂ ਇਸ ਤਰ੍ਹਾਂ ਸਾਨੂੰ ਸਾਡੇ ਕੋਲ ਇਹ ਜੋ ਹੈ ਰਚਨਾ ਬਣਦੀ ਹੈ CH3Cl ਸਟਰਕਚਰ ਦੀ। ਤਾਂ ਪ੍ਰਸ਼ਨ ਨੈਕਸਟ ਹੈ, ਹੇਠ ਦਿੱਤਿਆਂ ਲਈ ਇਲੈਕਟ੍ਰਾਨ ਬਿੰਦੂ ਰਚਨਾ ਬਣਾਓ। ਤਾਂ ਤੁਹਾਡੇ ਕੋਲ ਇਥਾਨੋਇਕ ਤੇਜ਼ਾਬ ਹੈ, H2S ਹੈ, ਪ੍ਰੋਪੇਨੋਨ ਹੈ ਅਤੇ F2 ਹੈ। ਪਿਆਰੇ ਵਿਦਿਆਰਥੀਓ, ਜੋ ਇਥਾਨੋਇਕ ਐਸਿਡ ਹੈ, ਇਥਾਨੋਇਕ ਐਸਿਡ ਦੇ ਵਿੱਚ ਸਾਡੇ ਕੋਲ COOH ਗਰੁੱਪ ਲੱਗਾ ਹੁੰਦਾ ਹੈ, COOH ਗਰੁੱਪ ਲੱਗਾ ਹੁੰਦਾ ਹੈ। ਤਾਂ ਇਹਦੇ ਵਿੱਚ ਤੁਹਾਡੇ ਕੋਲ 1-2 ਕਾਰਬਨਸ ਹੋਣਗੀਆਂ ਅਤੇ ਜੋ ਦੂਸਰੀ ਕਾਰਬਨ ਹੋਵੇਗੀ ਉਸ ਦੇ ਉੱਤੇ ਡਬਲ ਬੌਂਡ ਦੇ ਨਾਲ ਇੱਕ ਆਕਸੀਜਨ ਲੱਗੀ ਹੋਵੇਗੀ, ਇੱਕ OH ਗਰੁੱਪ ਲੱਗਾ ਹੋਵੇਗਾ ਇਸ ਕਾਰਬਨ ਦੇ ਨਾਲ। ਤਾਂ ਇਹ ਤੁਹਾਡੇ ਕੋਲ ਕੀ ਬਣ ਜਾਵੇਗਾ, ਇਥਾਨੋਇਕ ਐਸਿਡ। ਤਾਂ ਉਸੇ ਤਰ੍ਹਾਂ ਤੁਹਾਡੇ ਕੋਲ ਦੂਸਰਾ ਹੈ ਜੋ ਪ੍ਰੋਪੇਨੋਨ। ਪ੍ਰੋਪੇਨੋਨ ਦਾ ਮਤਲਬ ਵੀ ਇਹ ਕੀਟੋਨਿਕ ਗਰੁੱਪ ਇਹਦੇ ਨਾਲ ਲੱਗਾ ਹੋਇਆ ਹੈ। ਪ੍ਰੋਪੇਨ ਦਾ ਮਤਲਬ ਸਾਡੇ ਕੋਲ ਇਹਦੇ ਵਿੱਚ 3 ਕਾਰਬਨਸ ਹੋਣਗੀਆਂ। ਤਾਂ ਇਹਦਾ ਮਤਲਬ ਸਾਡੇ ਕੋਲ ਕੀ ਹੋਇਆ, ਪਹਿਲੀ ਜੋ ਕਾਰਬਨ ਹੈ ਉਹਦੇ ਨਾਲ 3 ਹਾਈਡਰੋਜਨਸ ਲਗਾਵਾਂਗੇ, ਜੋ ਦੂਸਰੀ ਕਾਰਬਨ ਹੈ ਉਹਦੇ ਨਾਲ ਅਸੀਂ ਕੀ ਕਰਾਂਗੇ, ਡਬਲ ਬੌਂਡ ਦੇ ਨਾਲ ਆਕਸੀਜਨ ਮਤਲਬ ਕੀਟੋਨਿਕ ਗਰੁੱਪ ਲਗਾ ਦਾਂਗੇ ਅਤੇ ਥਰਡ ਜਿਹੜੀ ਕਾਰਬਨ ਹੈ ਉਹਦੇ ਨਾਲ 3 ਹਾਈਡਰੋਜਨਸ ਆਪਦੀਆਂ ਪੂਰੀਆਂ ਕਰ ਦਾਂਗੇ। ਇਸ ਤਰ੍ਹਾਂ ਸਾਰੇ ਜੋ ਐਲੀਮੈਂਟਸ ਹੈ ਇਹਦੇ ਵਿੱਚ ਉਹਨਾਂ ਦੇ ਜਿਹੜਾ ਆਕਟੇਟ ਸਾਰਿਆਂ ਦਾ ਕੰਪਲੀਟ, ਡੁਪਲੇਟ ਹਾਈਡਰੋਜਨ ਦਾ ਕੰਪਲੀਟ ਹੋ ਜਾਂਦਾ ਹੈ। ਤਾਂ ਇਸ ਤਰ੍ਹਾਂ ਜੋ ਪ੍ਰੋਪੇਨੋਨ ਸਾਡੇ ਕੋਲ ਬਣ ਜਾਂਦਾ ਹੈ। ਉਸੇ ਤਰ੍ਹਾਂ ਪਿਆਰੇ ਵਿਦਿਆਰਥੀਓ, ਹਾਈਡਰੋਜਨ ਸਲਫਾਈਡ ਹੁੰਦਾ ਹੈ। ਹਾਈਡਰੋਜਨ ਸਲਫਾਈਡ ਦੇ ਵਿੱਚ ਹਾਈਡਰੋਜਨ ਨੂੰ ਆਪਦਾ ਡੁਪਲੇਟ ਕੰਪਲੀਟ ਕਰਨ ਵਾਸਤੇ 1 ਇਲੈਕਟ੍ਰੋਨ ਚਾਹੀਦਾ ਹੈ ਅਤੇ ਸਲਫਰ ਦੇ ਬਾਹਰੀ ਸ਼ੈੱਲ ਦੇ ਵਿੱਚ 6 ਇਲੈਕਟ੍ਰੋਨ ਹੁੰਦੇ ਆ। ਸਲਫਰ ਨੂੰ 2 ਇਲੈਕਟ੍ਰੋਨ ਚਾਹੀਦੇ ਆ ਅਤੇ ਉਹ 2 ਇਲੈਕਟ੍ਰੋਨ ਦੋਨੋਂ ਹਾਈਡਰੋਜਨਸ ਦੇ ਨਾਲ ਆਪਦਾ 1-1 ਇਲੈਕਟ੍ਰੋਨ ਸਾਂਝਾ ਕਰਕੇ ਪੂਰਾ ਕਰ ਲੈਂਦੀ ਹੈ। ਇਸ ਤਰ੍ਹਾਂ ਤੁਹਾਡੇ ਕੋਲ H2S ਦਾ ਜੋ ਸਟਰਕਚਰ ਹੈ ਬਣ ਜਾਂਦਾ ਹੈ। ਉਸੇ ਤਰ੍ਹਾਂ ਪਿਆਰੇ ਵਿਦਿਆਰਥੀਓ, ਸਾਡੇ ਕੋਲ ਫਲੋਰੀਨ ਹੁੰਦੀ ਹੈ। ਫਲੋਰੀਨ ਜੋ ਮੋਲੀਕੂਲਰ ਫਾਰਮ F2 ਦੀ ਫਾਰਮ ਦੇ ਵਿੱਚ ਹੁੰਦੀ ਹੈ। ਤਾਂ ਫਲੋਰੀਨ ਦੇ ਬਾਹਰੀ ਸ਼ੈੱਲ ਦੇ ਵਿੱਚ ਵੀ 7 ਇਲੈਕਟ੍ਰੋਨ ਹੁੰਦੇ ਆ ਅਤੇ ਦੂਸਰੀ ਫਲੋਰੀਨ ਦੇ ਵਿੱਚ ਵੀ 7 ਹੁੰਦੇ ਆ। ਤਾਂ ਦੋਨੇ ਆਪਦਾ 1-1 ਇਲੈਕਟ੍ਰੋਨ ਸਾਂਝਾ ਕਰ ਲੈਂਦੇ ਆ ਅਤੇ ਇਹਦੇ ਵਿੱਚ ਵੀ ਆਪਦੇ 8 ਇਲੈਕਟ੍ਰੋਨ ਬਾਹਰੀ ਸ਼ੈੱਲ ਦੇ ਵਿੱਚ ਪੂਰੇ, ਇਹਦੇ ਵਿੱਚ ਵੀ 8 ਪੂਰੇ। ਅਤੇ ਇਸ ਤਰ੍ਹਾਂ ਇਹ ਨੋਬਲ ਗੈਸ ਕੌਨਫੀਗਰੇਸ਼ਨ ਅਕਵਾਇਰ ਕਰਕੇ ਸਟੇਬਲ ਹੋ ਜਾਂਦੀਆਂ ਤਾਂ F2 ਫਾਰਮ ਬਣਾ ਲੈਂਦੀ ਹੈ। ਨਾਓ ਕੁਐਸਚਨ ਨੈਕਸਟ, ਸਮਝਾਤੀ ਲੜੀ ਕੀ ਹੁੰਦੀ ਹੈ, ਉਦਾਹਰਨ ਦੇ ਕੇ ਵਿਆਖਿਆ ਕਰੋ। ਪਿਆਰੇ ਵਿਦਿਆਰਥੀਓ, ਵੱਖ-ਵੱਖ ਲੰਬਾਈ ਵਾਲੀਆਂ ਕਾਰਬਨ ਲੜੀਆਂ ਜਿਨ੍ਹਾਂ ਦੇ ਵਿੱਚ ਇੱਕੋ ਕਿਰਿਆਤਮਕ ਸਮੂਹ ਜਿਹੜਾ ਮੌਜੂਦ ਹੁੰਦਾ ਉਸ ਨੂੰ ਸਮਝਾਤੀ ਲੜੀ ਕਹਿੰਦੇ ਹਨ। ਜਿਵੇਂ ਸਾਡੇ ਕੋਲ ਫਾਰ ਐਗਜ਼ਾਮਪਲ ਸਾਡੇ ਕੋਲ ਨੀਚੇ ਅਲਕੋਹਲ ਜੋ ਹੈ ਕਿਰਿਆਤਮਕ ਸਮੂਹ ਲੱਗਾ ਹੋਇਆ ਅਤੇ ਅਸੀਂ ਹੋਰ ਵੀ ਕਿਰਿਆਤਮਕ ਸਮੂਹ ਜਿਹੜੇ ਆ ਉਹ ਲਗਾ ਸਕਦੇ ਹਾਂ। ਅਲਕੋਹਲ ਲਗਾ ਸਕਦੇ ਹਾਂ, ਐਲਡੀਹਾਈਡ ਲਗਾ ਸਕਦੇ ਹਾਂ, ਕੀਟੋਨ ਲਗਾ ਸਕਦੇ ਹਾਂ। ਪਰ ਇਹਨਾਂ ਦੇ ਵਿੱਚ ਇੱਕੋ ਅੰਤਰ ਜੋ ਸਾਨੂੰ ਦੇਖਣ ਨੂੰ ਮਿਲੇਗਾ ਸਮਝਾਤੀ ਲੜੀਆਂ ਦੇ ਵਿੱਚ ਉਹ ਹੋਵੇਗਾ CH2 ਦਾ। ਸਮਝਾਤੀ ਲੜੀ ਦੇ 2 ਜੋ ਮੈਂਬਰ ਹੋਣਗੇ, ਮੰਨ ਲਓ ਪਹਿਲਾ ਮੈਂਬਰ ਅਤੇ ਦੂਜੇ ਮੈਂਬਰ ਦੇ ਵਿੱਚ ਕੀ ਫਰਕ ਹੋਵੇਗਾ, 1 ਕਾਰਬਨ ਅਤੇ 2 ਹਾਈਡਰੋਜਨਸ ਦਾ ਹੀ ਡਿਫਰੈਂਸ ਹੋਵੇਗਾ। ਤਾਂ ਇਹ ਪਹਿਲੇ ਅਤੇ ਦੂਜੇ, ਇਸੇ ਤਰ੍ਹਾਂ ਦੂਜੇ ਅਤੇ ਤੀਜੇ ਅਤੇ ਚੌਥੇ, ਇਹਨਾਂ ਸਾਰੀਆਂ ਜੋ ਲੜੀ ਦੇ ਮੈਂਬਰ ਹੋਣਗੇ ਉਹਨਾਂ ਦੇ ਵਿੱਚ ਪਹਿਲੇ ਤੋਂ ਦੂਜੇ ਦੇ ਵਿੱਚ CH2 ਦਾ, ਦੂਜੇ ਤੋਂ ਤੀਜੇ ਦੇ ਵਿੱਚ CH2 ਦਾ ਫਰਕ ਹੋਵੇਗਾ। ਤਾਂ ਇਸ ਤਰ੍ਹਾਂ ਅਸੀਂ ਜਿਹੜੇ ਸਮਝਾਤੀ ਲੜੀ ਦੇ ਮੈਂਬਰ ਬਣਾ ਸਕਦੇ ਹਾਂ। ਤਾਂ ਨੈਕਸਟ ਕੁਐਸਚਨ ਹੈ, ਭੌਤਿਕ ਅਤੇ ਰਸਾਇਣਿਕ ਗੁਣਾਂ ਦੇ ਆਧਾਰ 'ਤੇ ਇਥਾਨੋਲ ਅਤੇ ਇਥੇਨੋਇਕ ਤੇਜ਼ਾਬ ਵਿੱਚ ਕਿਵੇਂ ਅੰਤਰ ਦੱਸ ਸਕਦੇ ਹਾਂ। ਪਿਆਰੇ ਵਿਦਿਆਰਥੀਓ, ਜੋ ਇਥਾਨੋਲ ਹੁੰਦਾ ਹੈ ਇਸ ਦਾ ਪਿਘਲਾਓ ਦਰਜਾ 156 ਕੈਲਵਿਨ ਹੁੰਦਾ ਹੈ ਅਤੇ ਇਥਾਨੋਇਕ ਤੇਜ਼ਾਬ ਦਾ ਪਿਘਲਾਓ ਦਰਜਾ 290 ਕੈਲਵਿਨ ਹੁੰਦਾ ਹੈ। ਇਸੇ ਤਰ੍ਹਾਂ ਇਥਾਨੋਲ ਦਾ ਜਿਹੜਾ ਉਬਾਲ ਦਰਜਾ ਹੁੰਦਾ 351 ਕੈਲਵਿਨ ਹੁੰਦਾ ਹੈ ਅਤੇ ਜੋ ਇਥੇਨੋਇਕ ਤੇਜ਼ਾਬ ਹੁੰਦਾ ਇਸ ਦਾ ਉਬਾਲ ਦਰਜਾ 391 ਕੈਲਵਿਨ ਹੁੰਦਾ ਹੈ। ਅਤੇ ਜੋ ਇਥਾਨੋਲ ਹੈ ਇਹ ਲਿਟਮਸ ਦਾ ਰੰਗ ਨਹੀਂ ਬਦਲਦਾ ਕਿਉਂਕਿ ਇਹ ਨਿਊਟਰਲ ਹੁੰਦਾ ਹੈ। ਅਤੇ ਜਿਹੜਾ ਇਥਾਨੋਇਕ ਤੇਜ਼ਾਬ ਹੈ ਇਹ ਤੇਜ਼ਾਬ ਹੈ, ਇਸ ਲਈ ਇਹ ਨੀਲੇ ਲਿਟਮਸ ਨੂੰ ਲਾਲ ਕਰ ਦਿੰਦਾ ਹੈ। ਇਥਾਨੋਲ ਕੀ ਹੁੰਦਾ ਹੈ, ਮਿੱਠੇ ਸੋਡੇ ਦੇ ਨਾਲ ਸੋਡੀਅਮ ਬਾਈਕਾਰਬੋਨੇਟ ਨਾਲ ਕਿਰਿਆ ਨਹੀਂ ਕਰਦਾ, ਪਰ ਜੋ ਇਥਾਨੋਇਕ ਤੇਜ਼ਾਬ ਹੈ ਇਹ ਸੋਡੀਅਮ ਬਾਈਕਾਰਬੋਨੇਟ ਨਾਲ ਕਿਰਿਆ ਕਰਕੇ ਕਾਰਬਨ ਡਾਈਆਕਸਾਈਡ ਗੈਸ ਪੈਦਾ ਕਰਦਾ ਹੈ। ਅਤੇ ਉਸੇ ਤਰ੍ਹਾਂ ਇਥੇਨੋਲ ਜੋ ਹੈ ਪੋਟਾਸ਼ੀਅਮ ਪਰਮੈਂਗਨੇਟ ਦੇ ਨਾਲ, ਖਾਰੀ ਪੋਟਾਸ਼ੀਅਮ ਪਰਮੈਂਗਨੇਟ ਦੇ ਨਾਲ ਘੋਲ ਦਾ ਰੰਗ ਜੋ ਹੈ ਗੁਲਾਬੀ ਰੰਗ ਬਣਦਾ, ਉਹ ਗੁਲਾਬੀ ਰੰਗ
ਅਲੋਪ ਹੋ ਜਾਂਦਾ ਜਦੋਂ ਇਥਨੋਲ ਦੇ ਵਿੱਚ ਖਾਰੀ ਪੋਟਾਸ਼ੀਅਮ ਪਰਮੈਂਗਨੇਟ ਪਾਇਆ ਜਾਂਦਾ। ਪਰ ਜਦੋਂ ਖਾਰੀ ਪੋਟਾਸ਼ੀਅਮ ਪਰਮੈਂਗਨੇਟ ਇਥਨੋਇਕ ਤੇਜ਼ਾਬ ਵਿੱਚ ਪਾਇਆ ਜਾਂਦਾ ਤਾਂ ਘੋਲ ਦਾ ਰੰਗ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ। ਤਾਂ ਨੈਕਸਟ ਕੁਐਸਚਨ ਹੈ, ਹਾਈਡਰੋਜਨੀਕਰਨ ਤੋਂ ਕੀ ਭਾਵ ਹੈ, ਇਸ ਦਾ ਉਪਯੋਗ ਵਿੱਚ ਕੀ ਉਪਯੋਗ ਹੈ, ਇਸ ਦਾ ਉਦਯੋਗ ਵਿੱਚ ਕੀ ਉਪਯੋਗ ਹੈ। ਤਾਂ ਉੱਤਰ ਦੇ ਵਿੱਚ ਦੇਖੋ ਪਿਆਰੇ ਵਿਦਿਆਰਥੀਓ, ਜਦੋਂ ਤੁਸੀਂ ਨਿਕਲ ਉਤਪ੍ਰੇਰਕ ਮਤਲਬ ਕੈਟਾਲਿਸਟ ਪਾਉਂਦੇ ਹੋ ਤਾਂ ਅਸੰਤ੍ਰਿਪਤ ਜਿਹੜੇ ਹਾਈਡਰੋਕਾਰਬਨ ਹੁੰਦੇ ਆ ਉਹਨਾਂ ਦੇ ਵਿੱਚ ਕੀ ਹੋ ਜਾਂਦਾ, ਹਾਈਡਰੋਜਨ ਜੁੜ ਕੇ ਉਹ ਸੰਤ੍ਰਿਪਤ ਹਾਈਡਰੋਕਾਰਬਨ ਬਣ ਜਾਂਦੇ ਆ। ਤਾਂ ਉਦਯੋਗ ਦੇ ਵਿੱਚ ਕੀ ਹੁੰਦਾ ਹੈ, ਜਿਹੜੇ ਹਾਈਡਰੋਜਨੀਕਰਨ ਕਿਰਿਆ ਬਨਸਪਤੀ ਤੇਲਾਂ ਤੋਂ ਅਸੀਂ ਬਨਸਪਤੀ ਘਿਓ ਬਣਾਉਣ ਦੇ ਲਈ ਇਹ ਵਰਤਦੇ ਹਾਂ। ਤਾਂ ਜਿਵੇਂ ਅਸੀਂ ਕੀ ਕਰਦੇ ਹਾਂ, ਤੁਹਾਡੇ ਕੋਲ ਕੋਈ ਵੀ ਬਨਸਪਤੀ ਤੇਲ ਹੈ, ਠੀਕ ਹੈ, ਤਾਂ ਉਹਦੇ ਵਿੱਚ ਤੁਸੀਂ ਕੀ ਕਰਾ ਦਿਓ, ਉਹਦੀ ਹਾਈਡਰੋਜਨੀਕਰਨ ਕਰਵਾ ਦਿਓ। ਕਿਵੇਂ ਕਰਵਾਓਗੇ, ਉਹਦੇ ਵਿੱਚ ਕੋਈ ਉਤਪ੍ਰੇਰਕ ਰੱਖ ਲਓ, ਨਿਕਲ ਰੱਖ ਲਓ ਸਪੋਜ਼, ਅਤੇ ਇਸ ਤਰ੍ਹਾਂ ਤੁਸੀਂ ਉਹਨੂੰ ਕੀ ਕਰੋਗੇ, ਕਨਵਰਟ ਕਰ ਦੋਗੇ ਬਨਸਪਤੀ ਘਿਓ ਦੇ ਵਿੱਚ। ਨੈਕਸਟ ਕੁਐਸਚਨ ਹੈ, ਸਾਬਣ ਦੁਆਰਾ ਸਫਾਈ ਕਰਨ ਦੀ ਵਿਧੀ ਦੀ ਵਿਆਖਿਆ ਕਰੋ। ਅਸੀਂ ਪਹਿਲਾਂ ਵੀ ਜੋ ਸਾਬਣ ਦੁਆਰਾ ਸਫਾਈ ਕਰਨ ਦੀ ਵਿਧੀ ਆ ਉਹਦੇ ਬਾਰੇ ਪੜ੍ਹ ਚੁੱਕੇ ਹਾਂ। ਤਾਂ ਸਾਨੂੰ ਪਤਾ ਹੈ ਕਿ ਜੋ ਸਾਬਣ ਦੇ ਅਣੂ ਦੇ ਦੋ ਸਿਰੇ ਹੁੰਦੇ ਆ, ਇੱਕ ਆਇਨੀ ਸਿਰਾ ਹੁੰਦਾ ਹੈ ਜਿਹੜਾ ਪਾਣੀ ਵਿੱਚ ਘੁਲਣਸ਼ੀਲ ਹੁੰਦਾ ਹੈ, ਜਲ ਸਨੇਹੀ ਹੁੰਦਾ, ਦੂਸਰਾ ਸਿਰਾ ਜੋ ਹਾਈਡਰੋਕਾਰਬਨ ਲੜੀ ਹੁੰਦੀ ਹੈ ਅਤੇ ਜੋ ਪਾਣੀ ਵਿੱਚ ਨਹੀਂ ਘੁਲਦੀ, ਜਲ ਵਿਰੋਧੀ ਹੁੰਦੀ ਹੈ। ਤਾਂ ਇਹ ਕਈ ਜਿਹੜੇ ਅਣੂ ਹੁੰਦੇ ਆ, ਬਹੁਤ ਸਾਰੇ ਅਣੂ ਕੀ ਹੁੰਦੇ ਆ, ਆਪਦੇ ਆਪ ਨੂੰ ਜਿਹੜੀ ਮੈਲ ਹੁੰਦੀ ਆ ਉਹਦੇ ਚਾਰੇ ਪਾਸੇ ਇਸ ਤਰ੍ਹਾਂ ਸਥਾਪਿਤ ਕਰ ਲੈਂਦੇ ਆ ਕਿ ਇਹ ਇੱਕ ਜੋ ਹੈ ਇੱਕ ਗੁੱਛਾ ਬਣਾ ਲੈਂਦੇ ਆ। ਤਾਂ ਇੱਕ ਜੋ ਗੁੱਛਾ ਬਣਾ ਲੈਂਦੇ ਆ ਤਾਂ ਇਹ ਚਾਰੇ ਮੈਲ ਦੇ ਚਾਰੇ ਪਾਸੇ ਇਸ ਤਰ੍ਹਾਂ ਦੇ ਬਹੁਤ ਸਾਰੇ ਗੁੱਛੇ ਬਣਦੇ ਆ, ਠੀਕ ਹੈ। ਤਾਂ ਫਿਰ ਕੀ ਹੁੰਦਾ, ਇਸ ਜਿਹੜੇ ਗੁੱਛੇ ਨੂੰ ਅਸੀਂ ਮੀਜ਼ਲ ਕਹਿ ਦਿੰਦੇ ਹਾਂ, ਅਤੇ ਇਹ ਮੀਜ਼ਲਸ ਨੂੰ ਕੀ ਕਰਦੇ ਆ, ਇਹ ਮੀਜ਼ਲਸ ਜੋ ਮੈਲ ਹੈ ਉਸ ਨੂੰ ਕੱਪੜੇ ਤੋਂ ਬਾਹਰ ਕੱਢ ਦਿੰਦੇ ਆ ਜਦੋਂ ਅਸੀਂ ਇਹਨੂੰ ਜ਼ੋਰ